ਪਿਆਰੇ ਵਿਦਿਆਰਥੀਓ, ਕਰਮਜੀਤ ਸਿੰਘ ਕੁੱਸਾ ਦੇ ਨਾਵਲ ਰੋਹੀ ਬੀਆਬਾਨ ਦੇ ਆਪਾਂ ਪਹਿਲਾਂ 11 ਕਾਂਡ ਕਰ ਚੁੱਕੇ ਹਾਂ। ਉਮੀਦ ਹੈ ਤੁਸੀਂ ਇਸ ਨਾਵਲ ਦੇ 11 ਕਾਂਡਾਂ ਦੀ ਪੜ੍ਹਤ ਕਰਕੇ ਨਾਵਲ ਦੇ ਵਿਸ਼ਿਆਂ ਨੂੰ ਚੰਗੀ ਤਰ੍ਹਾਂ ਸਮਝਣ ਲੱਗ ਪਏ ਹੋਵੋਗੇ। ਆਓ ਅਗਲੇ ਕਾਂਡ ਦੀ ਪੜ੍ਹਾਈ ਕਰਦੇ ਹਾਂ ਤਾਂ ਕਿ ਤੁਸੀਂ ਇਸ ਨਾਵਲ ਦੀ ਲੜੀ ਨੂੰ ਜੋੜ ਸਕੋ। ਕਾਂਡ 12। ਗੋਰਾ ਕੋਈ 15-20 ਦਿਨ ਨਾਨਕਿਆਂ ਤੋਂ ਨਾ ਮੁੜਿਆ, ਪਰ ਨਾਨਕੀ ਵੀ ਉਹਦਾ ਜੀਅ ਨਾ ਲੱਗਿਆ। ਉਹਦੇ ਛੋਟੇ ਫੌਜੀ ਮਾਮੇ ਦੀ ਘਰਵਾਲੀ 10 ਜਮਾਤਾਂ ਪੜ੍ਹੀ ਹੋਈ ਸੀ। ਵਿਚਾਲੜਲਾ ਮਾਮਾ ਉਂਝ ਹੀ ਲਫੈਂਡ ਸੀ, ਕਰਦਾ ਕੱਖ ਨਹੀਂ ਸੀ, ਪਰ ਖਰਚਾ ਉਹਦਾ ਸ਼ਾਹੀ ਸੀ। ਸਭ ਤੋਂ ਵੱਡਾ, ਜਿਸ ਦੀ ਢੂਹੀ ਨਸ਼ਿਆਂ ਨੇ ਕਮਾਨ ਵਾਂਗ ਮੋੜ ਦਿੱਤੀ ਸੀ, ਲੁਧਿਆਣੇ ਕਿਸੇ ਫੈਕਟਰੀ ਵਿੱਚ ਕੰਮ ਕਰਦਾ ਸੀ। ਇੱਕ ਵਾਰ ਉਹ ਗਰਮੀ ਦੀਆਂ ਛੁੱਟੀਆਂ ਵਿੱਚ ਮਾਮੇ ਕੋਲ ਪੜ੍ਹਨ ਆਇਆ। ਪੜ੍ਹਾਉਣਾ ਕਰਨਾ ਉਹਨੂੰ ਕਿਹਨੇ ਸੀ। ਮਾਮੀ ਸਾਰੀ ਦਿਹਾੜੀ ਉਹਦੀ ਢਾਕ 'ਤੇ ਆਪਣਾ 3 ਵਰ੍ਹਿਆਂ ਦਾ ਕੁੱਕੂ ਚੜ੍ਹਾਈ ਰੱਖਦੀ। ਜਦੋਂ ਕੁੱਕੂ ਟਿਕਿਆ ਹੁੰਦਾ, ਮਾਮੀ ਉਹਨੂੰ ਕੰਮ ਧੰਦੇ ਵਿੱਚ ਦਬੱਲੀ ਰੱਖਦੀ। ਇੰਨੀ ਭੱਜ ਦੌੜ ਤਾਂ ਉਹਨੂੰ ਆਪਣੇ ਪਿੰਡ ਵਿੱਚ ਵੀ ਨਹੀਂ ਕਰਨੀ ਪੈਂਦੀ ਸੀ। ਹੁਣ ਜਿੱਦਾਂ ਦਾ ਉਹ ਪਿੰਡ ਵੜਿਆ ਸੀ, ਉਹਨੂੰ ਜਣਾ ਖਣਾ ਮਖੌਲ ਕਰਦਾ ਸੀ, ਪਰ ਉਹ ਹੱਸ ਕੇ ਗੱਲ ਆਈ ਗਈ ਕਰ ਛੱਡਦਾ ਸੀ। ਪਰ ਜੇ ਘਰ ਕੋਈ ਗੱਲ ਛੇੜਦਾ ਤਾਂ ਵੱਢ ਖਾਣਿਆਂ ਵਾਂਗ ਪੈਂਦਾ। ਉਂਝ ਵੀ ਉਹ ਪਿਛਲੇ ਸਮੇਂ ਤੋਂ ਮੂੰਹ ਜ਼ੋਰ ਹੋ ਗਿਆ ਸੀ। ਇੱਕ ਦਿਨ ਤਾਂ ਉਹਨੇ ਗਿੰਦਰ ਨੂੰ ਇੰਨੀ ਵੱਡੀ ਗੱਲ ਕਹਿ ਦਿੱਤੀ, ਤੀਵੀਂ ਮਨੁੱਖ ਦੇ ਕੰਨ ਹੈਰਾਨ ਰਹਿ ਗਏ। ਉਹ ਦੋਵੇਂ ਪਿਓ ਪੁੱਤ ਚਰੀ ਕੁਤਰ ਕੇ ਹਟੇ ਸਨ। ਮਹਿੰਦਰੋ ਨੇ ਗੋਰੇ ਨੂੰ ਸ਼ੀਂਬਿਆਂ ਦੀ ਦੁਕਾਨੋਂ ਮਸਰੀ ਦੀ ਦਾਲ ਲਿਆਉਣ ਲਈ ਆਖਿਆ ਤਾਂ ਗਿੰਦਰ ਨੇ ਆਪਣੇ ਮਖੌਲੀਏ ਰੁੱਖ ਮੁਜਬ ਕਹਿ ਦਿੱਤਾ, ਵਿੱਚੋਂ ਪੈਸਿਆਂ ਦੀ ਨਾ ਦਾ ਮਾਰੀ ਕਰ ਲਈ। ਲੈ ਮੈਂ ਕਿਤੇ, ਤੂੰ ਤਾਂ ਹੁਣ ਪੱਕਾ ਤਾਰਾ ਡਾਕੂ ਐ, ਚੌਂਕੀਦਾਰ ਚੂੜੇ ਨਾਲੋਂ ਵੀ ਗਾਂਹ ਲੰਘਿਆ ਹੋਇਆ। ਧੀ ਪੁੱਤ ਤਾਂ ਮਾਂ ਪਿਓ 'ਤੇ ਹੀ ਜਾਂਦੇ ਹੁੰਦੇ ਐ। ਇੰਨੀ ਗੱਲ ਕਹਿ ਕੇ ਗੋਰਾ ਤਾਂ ਬਾਹਰ ਟੱਪ ਗਿਆ, ਪਰ ਗਿੰਦਰ ਦਾ ਸਰੀਰ ਸੁੰਨ ਹੋ ਗਿਆ। ਗਿੰਦਰ ਗੋਰੇ ਦੀ ਇਸ ਗੱਲ ਨਾਲ ਇੰਨਾ ਬੌਂਦਲ ਗਿਆ ਕਿ ਉਹ ਕੁਝ ਬੋਲ ਹੀ ਨਾ ਸਕਿਆ। ਟੇਢੀ ਅੱਖ ਨਾਲ ਮਹਿੰਦਰੋ ਵੱਲ ਦੇਖਿਆ। ਉਹ ਚੁੱਲ੍ਹੇ ਤੋਂ ਸੁਆਹ ਕੱਢਣੋਂ ਹਟ ਕੇ ਹੈਰਾਨੀ ਨਾਲ ਹੋਈ ਤਰ੍ਹਾਂ ਝਾਕ ਰਹੀ ਸੀ। ਗੱਲ ਕੀ, ਉਹ ਵਾਹਵਾ ਮੂੰਹ ਜ਼ੋਰ ਹੋ ਗਿਆ ਸੀ। ਇਸ ਵਾਰ ਗੋਰੇ ਦਾ ਵੱਡਾ ਬੱਤੀਆਂ ਪੀਣਾ ਮਾਮਾ ਆਇਆ। ਉਹਨੇ ਗੋਰੇ ਦੀ ਪੜ੍ਹਾਈ ਬਾਰੇ ਪੁੱਛਿਆ। ਗੋਰਾ ਤਾਂ ਸੰਕੇ ਜਿਹੇ ਦੰਦੀਆਂ ਜਿਹੀਆਂ ਕੱਢ ਕੇ ਪਾਸੇ ਹੋ ਗਿਆ, ਪਰ ਮਹਿੰਦਰੋ ਨੇ ਦੱਬ ਕੇ ਆਖਿਆ, ਪੜ੍ਹਾਈ ਦਾ ਕੀ ਲੇਖਾ ਹੈ, ਕਰ ਲਿਆ ਬੀਆ ਪਾਸ, ਹੁਣ ਫੌਜ 'ਚ ਲਟਪੈਣ ਲੱਗਿਆ ਹੋਇਆ। ਗੋਰਾ ਆਪਣੀ ਮਾਂ ਨੂੰ ਭੱਜ ਕੇ ਪਿਆ, ਤੈਨੂੰ ਕੀ ਲੱਗੀ ਆ ਗੱਲਾਂ ਮਾਰਨ, ਲੱਟ ਪੈਣ ਲੱਗਿਆ ਨਾਲੇ ਹੋਰ ਕੁਛ। ਮਾਮਾ ਹੱਸਣ ਲੱਗ ਪਿਆ, ਬਲਾਂ ਭੱਜ ਭੱਜ ਕੇ ਪੈਨਾ ਓਏ, ਜਿਵੇਂ ਹੱਡ 'ਤੇ ਲੱਗੀ ਹੁੰਦੀ ਐ। ਦੇਖ ਲੈ ਭਰਾਵਾ, ਮਹਿੰਦਰੋ ਨੇ ਚੁੱਲ੍ਹੇ ਉੱਤੇ ਧਰੀ ਚਾਹ ਹੇਠਾਂ ਝੋਕਾ ਭਰਦਿਆਂ ਸੱਤ ਕੇ ਆਖਿਆ, ਮੈਨੂੰ ਤਾਂ ਹੁਣ ਇਹ ਟੁੱਕ ਤੇ ਡੇਲਾ ਹੀ ਜਾਣਦਾ, ਟੁੱਕ ਟੇਰ ਹੀ ਸਮਝ ਰੱਖਿਆ। ਆਪਦੇ ਪਿਓ ਨੂੰ ਵੀ ਆਨੇ ਵਿਖਾਉਂਦਾ, ਉਹਦੇ ਤੱਤ ਦਾ ਤਾਂ ਇਹਨੂੰ ਪਤਾ ਹੀ ਹੈ। ਫਿਰ ਬਾਈ ਜੇ ਕੁੱਟਣ ਡਹਿ ਪਿਆ, ਕੁੱਟੂ ਵੀ ਫਿਰ ਐਨ ਕੇਰਾ ਮੱਛੀਓਂ ਮਾਸ ਕਰ ਸੁੱਟੂ। ਆਹ ਸੁੱਟੂ ਮਾਸ ਕਰ, ਗੋਰੇ ਨੇ ਉਹਦੀ ਚੇੜ ਲਾਈ। ਮੈਂ ਤੇਲੂ ਚਾਚੇ ਨਾਲ ਟਰੱਕ 'ਤੇ ਵੀ ਉੱਠ ਜੂ। ਹੋਰ ਅੱਗੇ ਤੇਲੂ ਚਾਚੇ ਨੇ ਮਹਿਲ ਛੱਤ ਲਏ ਟਰੱਕਾਂ ਦੀ ਕਮਾਈ ਨਾਲ, ਹੁਣ ਤੂੰ ਛੱਤ ਲਈ, ਪੈਸਿਆਂ ਦੀ ਪੰਡ ਲਿਆਉਂਦੇ ਆ ਉਹ। ਗੋਰੇ ਨੇ ਕਿਸੇ ਖੁਸ਼ੀ ਜਿਹੀ ਨਾਲ ਚਾਂਬਲ ਕੇ ਆਖਿਆ, ਸਾਰੇ ਪੈਸੇ ਲੈ ਕੇ ਭੱਜ ਆਉਂਦਾ ਹੈ, ਮੁੜ ਕੇ ਉਹ ਟਰੱਕ 'ਤੇ ਜਾਂਦਾ ਹੀ ਨਹੀਂ। ਫਿਰ ਕੀ ਜਾਣੀ ਉਹ ਸੁੱਖ ਦੀ ਨੀਂਦ ਸੌਂਦੇ ਐ। ਮਹਿੰਦਰੋ ਨੇ ਫੇਰ ਘਰੋੜ ਕੇ ਗੱਲ ਕੀਤੀ, ਬਣਾਇਆ ਤਾਂ ਦੀਂਦਾ ਨਹੀਂ। ਆ ਪਿਓ ਇਹਦੇ ਤੋਂ ਸਾਰੀ ਉਮਰ 8 ਕਿੱਲਿਆਂ ਤੋਂ ਜੁੱਲੀ ਤਪੜੀ ਵੀ ਨਹੀਂ ਬਣੀ। ਹੋਰ ਤਾਂ ਜਾਏ ਖਾਣੇ ਦੇ ਕੀ ਕਰ ਲੈਣਗੇ, ਇੱਕ ਖੋਲੀ ਨਹੀਂ ਮੁੱਲ ਲੈ ਹੋਈ। ਘਰ ਦੇ ਚਾਰੇ ਮਨੁੱਖ ਹੋਣ ਟੱਟਿਆਂ ਵਰਗੇ ਤੇ ਖੋਲਾ ਢਹਿੰਦਾ ਜਾਵੇ। ਵੇ ਫੋਟ, ਔਂਤਰਿਆਂ ਦੇ ਬੰਦੇ ਜੰਮਣ ਨੂੰ ਪਏ ਐ, ਨੋਟਾਂ ਨਾਲ ਤਾਂ ਜੇਬ ਭਰੀ ਫਿਰਦਾ ਹੁੰਦਾ ਹੈ। ਗੋਰੇ ਨੇ ਫੇਰ ਹੌਲੀ ਜਿਹੀ ਆਖਿਆ, ਤੂੰ ਵੀ ਨੋਟਾਂ ਨਾਲ ਜੇਬ ਭਰਨੀ ਐ। ਮਾਮੇ ਨੇ ਜੇਬ ਵਿੱਚੋਂ ਬੀੜੀਆਂ ਦਾ ਬੰਡਲ ਕੱਢ ਕੇ ਇੱਕ ਬੀੜੀ ਖਿੱਚੀ, ਫਿਰ ਚੁੱਲ੍ਹੇ ਵਿੱਚੋਂ ਮੱਚਦੀ ਛਿਟੀ ਨਾਲ ਬੱਤੀ ਸੁਲਗਾਉਂਦਿਆਂ ਗੱਲ ਅਗਾਂਹ ਤੋਰੀ। ਮਹਿੰਦਰੋ ਉਹਦੇ ਇਸ ਕੰਮ ਤੋਂ ਨੱਕ ਵੱਟਦੀ ਸੀ। ਜਲੌਰ ਨੂੰ ਇੱਕ ਹੋਰ ਵੀ ਆਦਤ ਸੀ, ਉਹ ਆਪ ਹੀ ਬਿੰਦੇ ਝੱਟੇ ਚਾਹ ਕਰ ਕਰ ਪੀ ਜਾਂਦਾ। ਮਹਿੰਦਰੋ ਉਸ ਨਾਲੋਂ ਛੋਟੀ ਹੋਣ 'ਤੇ ਵੀ ਉਹਨੂੰ ਝਿੜਕਦੀ, ਹਟ ਜਾਵੇ, ਐਵੇਂ ਕੰਮ ਵਧਾਈ ਜਾਂਦਾ, ਜਾ ਉੱਠ ਜਾ ਤੂੰ ਇੱਥੋਂ। ਪਰ ਉਹ ਹੱਸ ਛੱਡਦਾ। ਹੁਣ ਉਹ ਆਖਣਾ ਤਾਂ ਚਾਹੁੰਦੀ ਸੀ, ਪਰ ਪਤਾ ਨਹੀਂ ਕਿਉਂ ਨਹੀਂ ਆਖ ਸਕੀ। ਜਲੌਰਾ ਅਜੇ ਵੀ ਆਪ ਮੁਹਾਰਾ ਬੋਲੀ ਜਾਂਦਾ ਸੀ। ਲੁਧਿਆਣੇ ਆਪਣੀ ਸਿਆਣ ਗਿਆਨ ਵਾਲਾ ਹੈਗਾ,
ਉਹਦੀ ਨਿੱਕੀ ਜਿਹੀ ਬਿਸਕੁਟ ਬਣਾਉਣ ਵਾਲੀ ਫੈਕਟਰੀ ਲਾਈ ਹੋਈ ਹੈ। ਲਾ ਵੇ ਭਰਾਵਾ, ਜੇ ਕਿਸੇ ਕਿਤੇ ਜੋਗਾ ਹੋ ਜੇ, ਨਹੀਂ ਇੱਥੇ ਕਿਹੜਾ ਮੁਰੱਬੇ ਜੀ ਨੂੰ ਭੋਰ ਭੋਰ ਖਾਈ ਜਾਣਗੇ, ਇੱਥੇ ਤਾਂ ਵੱਟਾਂ ਹੀ ਖੁਰਚਣੀਆਂ ਪੈਣੀਆਂ। ਨਾ, ਉਹ ਤਾਂ ਬਹੁਤ ਵਧੀਆ ਕੰਮ ਹੈ। ਮਾਮੇ ਨੇ ਲਗਾਤਾਰ 2-3 ਸੂਟੇ ਖਿੱਚ ਕੇ ਧੂਏ ਦਾ ਰੋਲਾ ਜਿਹਾ ਬਣਾ ਦਿੱਤਾ। ਮਹਿੰਦਰੋਂ ਨੇ ਫੇਰ ਧੁੜ-ਧੁੜੀ ਲੈ ਕੇ ਨੱਕ ਚੜਾਇਆ, ਪਰ ਬੋਲੀ ਕੁਝ ਨਹੀਂ। ਗੋਰੇ ਦਾ ਮਾਮਾ ਧੂਏ ਨਾਲ ਆਲਾ ਦੁਆਲਾ ਮੁਸਕਣਾ ਜਿਹਾ ਕਰਦਿਆਂ ਨਾਲ ਦੀ ਨਾਲ ਖੰਘ ਵੀ ਰਿਹਾ ਸੀ। ਜਿੰਨਾ ਚਿਰ ਉੱਥੇ ਕੰਮ ਕਰੂ ਉਨਾ ਚਿਰ ਉਹ ਤਨਖਾਹ ਦਿਓ, ਫੇਰ ਭਾਵੇਂ ਇੱਥੇ ਨਿਆਲੇ ਵਾਲੇ ਜਾਂ ਬੱਧਣੀ ਆਪ ਦਾ ਕੰਮ ਚਲਾ ਲਵੇ। ਆਹ ਕੰਮ ਤਾਂ ਜ਼ਰੂਰ ਕਰ ਵੇ ਵੀਰਾ। ਮਹਿੰਦਰੋਂ ਨੇ ਫੇਰ ਕਿਸੇ ਹੁਲਾਸ ਜਿਹੇ ਨਾਲ ਆਖਿਆ, ਮੈਂ ਤਾਂ ਚੱਤੋ ਪੈਰ ਇਹੀ ਸੋਚਦੀ ਐ, ਜੇ ਟੁੱਬੜਾ ਪੜ ਜਾਂਦਾ ਬਾਹਰ ਆਪਦੇ ਕਿੱਤੇ ਜੋਗਾ ਹੋ ਜਾਂਦਾ। ਪਰ ਇਹ ਤਾਂ ਨਿਕਰਮਾ ਪੜਿਆ ਹੀ ਨਾ। ਇੱਥੇ ਜ਼ਮੀਨ ਵਾਲਿਆਂ ਦੇ ਊਈ ਨਹੀਂ ਵੇਲੇ ਪੂਰੇ ਹੁੰਦੇ। ਆਹ ਹੁਣ ਸਾਡੇ ਗੁਆਂਢੀ ਥੰਮਣ ਦੇ ਮੁੰਡੇ ਐ, ਸਾਰੇ ਅਗਵਾੜ ਨਾਲੋਂ ਜਾਇਦਾਦ ਬਹੁਤੀ ਸੀ। ਨਪੁੱਤਿਆਂ ਨੇ ਜ਼ਮੀਨ ਅਸਨਿਆਂ ਪਛਨਿਆਂ ਤੇ ਫੂਕਤੀ, ਹੁਣ ਦਿਹਾੜੀਆਂ ਕਰਦੇ ਐ। ਬੂ, ਸ਼ਰੀਕਾਂ ਨਾਲ ਸਿਰੀ ਬਣ ਕੇ ਕਮਾਉਣਾ ਕੋਈ ਹੱਜ ਐ? ਜੇ ਤੂੰ ਆਹ ਕਰਦੇ, ਨਾਲੇ ਤੇਰਾ ਬਾਈ ਕਹਿੰਦਾ ਹੁੰਦਾ ਬਾਈ ਕਿਤੇ ਬਾਹਰ ਹੀ ਨਿਕਲ ਜੇ। ਉਹਨੂੰ ਤਾਂ ਮੈਂ ਅੱਗੇ ਕਈ ਵਾਰੀ ਆਖਿਆ। ਚੱਲ ਬਸ ਫਿਰ। ਦਿਨ ਛਿਪੇ ਗਿੰਦਰ ਨੇ ਸਾਲੇ ਦੀ ਆਓ ਭਗਤ ਲਈ ਬੋਤਲ ਖੋਲ੍ਹ ਲਈ। ਗੋਰੇ ਨੂੰ ਫੈਕਟਰੀ ਵਿੱਚ ਲਾਉਣ ਵਾਲੀ ਗੱਲ ਫੇਰ ਚੱਲੀ। ਪਹਿਲਾਂ ਤਾਂ ਗਿੰਦਰ ਕਹਿੰਦਾ ਰਿਹਾ, ਕੀ ਲੈਣਾ ਫੜੀਆਂ ਫੈਕਟਰੀਆਂ ਤੋਂ, ਘਰ ਕੰਮ ਕਰੇ ਇਹੀ ਬੜਾ ਹੈ। ਮਈਆਂ 2 ਰੱਖੀਆਂ, 2 ਹੋਰ ਰੱਖ ਲਾਂਗੇ, ਇੱਥੇ ਹੀ ਲੁਧਿਆਣਾ ਬਣ ਜੂ। ਨਾਲੇ ਘਰ ਦੇ ਕੰਮ ਦੀ ਤਾਂ ਸਰਦਾਰੀ ਹੈ। ਮਈਆਂ ਦੇ ਖੁਰ ਵਢਾਉਣੇ ਕਿਹੜਾ ਸੌਖੇ ਹੈ। ਸ਼ਹਿਰ ਜਾ ਕੇ ਨੌਕਰੀ ਕਰੂ, ਕੁਛ ਇਹਨੂੰ ਅਕਲ ਆਊ। ਇੱਥੇ ਤਾਂ ਢੋਰ ਦਾ ਢੋਰ ਹੀ ਰਹੂ। ਬੁੜੀ ਨੇ ਇੱਕ ਅੱਧੇ ਨੂੰ ਬਾਹਰ ਕੱਢਿਆ ਹੁੰਦਾ, ਮੌਜਾਂ ਨਾ ਕਰਦੇ। ਹੁਣ ਇੱਥੇ ਫਿਰਦੇ ਆ ਲਵਲ ਦਾ ਆਂਗੂ। ਮਹਿੰਦਰੋਂ ਦਾ ਬੋਲ ਔਖਾ ਜਿਹਾ ਸੀ। ਸ਼ਹਿਰ ਜਾ ਕੇ ਇਹ ਸੂਬੇਦਾਰ ਲੱਗ ਜੂ। ਗਿੰਦਰ ਨੇ ਨਸ਼ੇ 'ਚ ਘੁੰਮ ਰਹੇ ਸਿਰ ਨੂੰ ਜ਼ੋਰ ਦੀ ਮਾਰਦਿਆਂ ਕਿਹਾ, ਭਾਂਡੇ ਧੋਣ ਤੇ ਇਹਨੂੰ ਉੱਥੇ ਉਹ ਲਾਈ ਰੱਖਣਗੇ। ਕੋਈ ਨਾ, ਜੇ ਪਹਿਲਾਂ ਭਾਂਡੇ ਧੋਊ ਫੇਰ ਆਪੇ ਉਤਲੇ ਕੰਮ ਤੇ ਹੋ ਜੂ। ਇੱਥੇ ਤਾਂ ਨਰਕ ਹੈ, ਜਿੰਨਾ ਮਰਜ਼ੀ ਕੋਈ ਭੋਗ ਲੇ, ਸੁੱਖ ਦਾ ਸਾਹ ਤਾਂ ਆਉਣਾ ਨਹੀਂ। ਗਿੰਦਰ ਨੇ ਫੇਰ ਗੋਰੇ ਦੇ ਮਾਮੇ ਵੱਲ ਮੂੰਹ ਕਰਦਿਆਂ ਆਖਿਆ, ਮੇਰੀ ਮੰਨੇ ਤਾਂ ਆਪਣੀ ਭੈਣ ਨੂੰ ਵੀ ਨਾਲ ਲੈ ਜਾ, ਇਹ ਵੀ ਸ਼ਹਿਰ ਜਾਣ ਲਈ ਠਿੱਬੇ ਲਾਹੀ ਫਿਰਦੀ ਐ। ਰਾਤ ਨੂੰ ਤਾਂ ਗਿੰਦਰ ਨਸ਼ੇ ਦੀ ਲੋਰ ਵਿੱਚ ਆਪਣੀ ਗੱਲ ਤੇ ਅੜਿਆ ਰਿਹਾ, ਪਰ ਸਵੇਰੇ ਚਾਹ ਪੀਂਦਿਆਂ ਜਦੋਂ ਇਹ ਗੱਲ ਫੇਰ ਛਿੜੀ ਤਾਂ ਉਹਨੂੰ ਪਿੰਡ ਵਾਲਾ ਕੰਮ ਤਾਂ ਸੱਚੀ ਨੇਰ ਢੋਣ ਵਾਲੀ ਹੀ ਗੱਲ ਜਪਦਾ ਸੀ। ਉਸ ਆਪ ਜਿਉਂ ਸੁਰਤ ਸੰਭਾਲੀ ਸੀ, ਹੁਣ ਤੱਕ ਪਸ਼ੂਆਂ ਮਗਰ ਹੀੜੋ ਹੀੜ ਕਰਦਿਆਂ ਤੇ ਵਾਹੁੰਦਿਆਂ ਬੀਜਦਿਆਂ ਜਿਹੜਾ ਨੇਰ ਢੋਇਆ ਸੀ, ਉਹਦੇ ਵਿੱਚੋਂ ਕੀ ਖੱਟਿਆ ਸੀ, ਆਪਣਾ ਜਾਂ ਕਿਸੇ ਦਾ ਸੰਵਾਰਿਆ ਕੀ। ਹਾੜੀ ਸੌਣੀ ਆਉਂਦੀ, ਦਾਣੇ ਮੰਡੀ ਵਾਲੇ ਆੜਤੀਏ ਸਾਂਭ ਲੈਂਦੇ, ਉਹਨੂੰ ਸਾਲ ਭਰ ਦੇ ਗੁਜ਼ਾਰੇ ਲਈ ਫੇਰ ਮਹਾਜਨਾਂ ਅੱਗੇ ਹੱਥ ਅੱਡਣੇ ਪੈਂਦੇ। ਇਹ ਸੋਚ ਕੇ ਉਸਨੇ ਗਿੰਦਰ ਦੇ ਜਾਣ ਬਾਰੇ ਹੁੰਗਾਰਾ ਭਰ ਦਿੱਤਾ। ਇਹ ਸੁਣਦਿਆਂ ਹੀ ਗੋਰਾ ਧਰਤੀ ਤੋਂ ਗਿੱਠ ਉੱਚਾ ਹੋ ਗਿਆ। ਸ਼ਹਿਰ ਫੇਰ ਲੁਧਿਆਣੇ ਆਂਦੇ, ਉਹ ਤਾਂ ਬਾਹਲਾ ਵੱਡਾ ਸ਼ਹਿਰ ਹੈ। ਹੁਣ ਤੱਕ ਜੇ ਉਹ ਕਦੇ ਬਾਹਰ ਗਿਆ ਸੀ ਤਾਂ ਬੱਧਣੀ ਦੇ ਨਿਹਾਲ ਸਿੰਘ ਵਾਲੇ ਹੀ ਗਿਆ ਸੀ। ਉਸ ਨੂੰ ਇੰਨੀ ਖੁਸ਼ੀ ਚੜ੍ਹੀ, ਉਹ ਇਹ ਗੱਲ ਆਪਣੇ ਆੜੀਆਂ ਨੂੰ ਦੱਸਣ ਨੂੰ ਭੱਜ ਤੁਰਿਆ। ਚਿਗਨਟ ਨੇ ਉਸ ਦੀ ਗੱਲ ਸੁਣੀ ਤਾਂ ਕੁਸੈਲਾ ਜਿਹਾ ਮੂੰਹ ਕਰਦਿਆਂ ਕਿਹਾ, ਛੱਡ ਯਾਰ ਤੂੰ ਪਰੇ ਸ਼ਹਿਰ ਸ਼ੂਰ ਨੂੰ, ਸ਼ਹਿਰ ਜਾ ਕੇ ਕੀ ਤੂੰ ਬਾਹਲਾ ਚੰਗਾ ਬਣ ਜਾਏਗਾ। ਉੱਥੇ ਤਾਂ ਕਹਿੰਦੇ ਅੱਕੇ ਲੋਕ ਹੀ ਸਾਲੇ ਹੋਰ ਤਰ੍ਹਾਂ ਦੇ ਐ, ਇੱਥੇ ਵਾਲੀਆਂ ਮੌਜਾਂ ਨਹੀਂ ਮਿਲਦੀਆਂ ਸ਼ਹਿਰ 'ਚ। ਗੋਰਾ ਉਸ ਵੱਲ ਹੈਰਾਨ ਹੋ ਕੇ ਝਾਕਿਆ। ਚਿਗਨਟ ਫੇਰ ਬੋਲਿਆ, ਮੇਰੇ ਤਾਏ ਦਾ ਮੁੰਡਾ ਸ਼ਹਿਰ 'ਚ ਹੀ ਰਹਿੰਦਾ ਹੈ, ਬੜਾ ਵੱਡਾ ਸ਼ਹਿਰ ਹੈ। ਨਾਲੇ ਕਹਿੰਦਾ ਉੱਥੇ ਤਾਂ ਘਰ ਵੀ ਇੱਕੋ ਜਿਹੇ ਹੀ ਨੇ, ਪਰ ਹੁੰਦੇ ਆ ਕੁੱਕੜਾਂ ਦੇ ਖੁੱਡਿਆਂ ਵਰਗੇ। ਲੈ ਘਰਾਂ ਤੋਂ ਕੀ ਲੈਣਾ ਹੈ? ਗੋਰਾ ਤੁੜਕਿਆ, ਪੈਣਾ ਹੀ ਹੈ ਰਾਤ ਨੂੰ, ਦਿਨੇ ਤਾਂ ਅਗਲਾ ਕੰਮ ਤੇ ਉੱਠ ਜਾਂਦਾ। ਮੋਟਰਾਂ ਕਾਰਾਂ ਭੀਂ ਕਰਦੀਆਂ ਫਿਰਦੀਆਂ। ਤੇ ਗੋਰੇ ਨੇ ਸੱਚੀ ਇੱਕ ਮੋਟਰ ਕਾਰ ਵਾਂਗ ਭੀਂ ਕੀਤਾ। ਐਨੀਆਂ ਦੁਕਾਨਾਂ, ਮੇਲਾ ਲੱਗਿਆ ਰਹਿੰਦਾ ਉੱਥੇ ਤਾਂ ਤਖਤੂਪੁਰੇ ਵਾਲਾ। ਭਾਵੇਂ ਕੁਛ ਮਰਜ਼ੀ ਖਾ ਲੈ, ਪੈਸੇ ਜੇਬ 'ਚ ਹੋਇਆ ਕਰਨਗੇ। ਗੋਰਾ ਤਾਂ ਇਉਂ ਗੱਲਾਂ ਕਰੀ ਜਾਂਦਾ ਸੀ ਜਿਵੇਂ ਉਹ ਸ਼ਹਿਰੋਂ ਹੀ ਮੁੜ ਕੇ ਆਇਆ ਸੀ, ਤੇ ਉਹਦੇ ਮੂੰਹੋਂ ਬੋਲੇ ਗਏ ਸ਼ਬਦ ਚਿਗਨਟ ਨੂੰ ਇੰਨੇ ਮਿਠਾਸ ਭਰੇ ਤੇ ਸੋਹਣੇ ਜਾਪੇ, ਉਹਦਾ ਮਨ ਵੀ ਡੋਲ ਗਿਆ। ਉਸਦਾ ਜੀਅ ਵੀ ਲਲਚਾਣ ਲੱਗ ਪਿਆ, ਯਾਰ ਜੇ ਮੈਨੂੰ ਵੀ ਲੈ ਚੱਲੇ ਆਪਦੇ ਮਾਮੇ ਨੂੰ ਕਹਿ ਕੇ। ਤੈਨੂੰ? ਗੋਰਾ ਉਸ ਵੱਲ ਹੱਥ ਕਰਕੇ ਉੱਚੀ ਉੱਚੀ ਹੱਸਿਆ, ਤੂੰ ਨਹੀਂ ਬਾਈ ਸਿਆਂ ਉੱਥੇ ਜਾ ਸਕਦਾ, ਉੱਥੇ ਤਾਂ ਪੜ੍ਹੇ ਵੇ ਹੀ ਜਾ ਸਕਦੇ ਐ। ਤੂੰ ਕਿਤੇ ਬਾਹਲਾ ਪੜ੍ਹਿਆ ਮੈਂ? ਭਾਵੇਂ ਨਾ ਸਹੀ, ਪਰ ਫੇਰ ਵੀ ਮੈਂ 3 ਜਮਾਤਾਂ ਪਾਸ ਹਾਂ। ਮੈਂ ਤਾਂ ਕਿਤਾਬ ਪੜ੍ਹ ਲੈਂਦਾ।
ਤੇ ਤੈਨੂੰ ਇੱਲ ਦੇ ਥਾਂ ਕੁੱਕੜ ਵੀ ਨਹੀਂ ਆਉਂਦਾ। ਜਗਨਟ ਉਹਦੀ ਇਹ ਗੱਲ ਸੁਣ ਕੇ ਉਦਾਸ ਹੋ ਗਿਆ। ਉਹਨੂੰ ਆਪਣੇ ਬਾਪੂ ਨਾਲ ਮਰੇ ਹੋਏ ਪਸ਼ੂ ਸਟਾਉਣੇ ਪੈਂਦੇ ਸਨ, ਜਾਂ ਕਿਤੇ ਇਕੱਲੇ ਨੂੰ ਸਾਈਕਲ ਉੱਤੇ ਕਟਰੂ ਬਸ਼ਰੂ ਸਿੱਟ ਕੇ ਆਉਣਾ ਪੈਂਦਾ। ਪਰ ਗੋਰੇ ਨਾਲ ਉਹਦੀ ਆੜੀ ਜ਼ਰੂਰ ਪੱਕੀ ਸੀ। ਗੋਰਾ ਉਸ ਨਾਲ ਬਾਹਰ ਖਾ ਪੀ ਲੈਂਦਾ ਸੀ। ਉਹਨੂੰ ਅਜੇ ਕੋਈ ਸੰਗ ਸੰਕੋਚ ਨਹੀਂ ਸੀ ਤੇ ਨਾ ਹੀ ਗਿੰਦਰ ਤੇ ਮਹਿੰਦਰੋਂ ਨੇ ਗੋਰੇ ਨੂੰ ਇਸ ਗੱਲੋਂ ਵਰਜਿਆ ਸੀ। ਪਰ ਪਿੰਡ ਦੇ ਕੁਝ ਮੋਹਤਬਰ ਬੰਦੇ ਇਸ ਗੱਲ ਨੂੰ ਜ਼ਰੂਰ ਬੁਰਾ ਖਿਆਲ ਕਰਦੇ ਸਨ। ਉਹਨਾਂ ਦੀ ਹੱਦ ਵੀ ਕਚੀਰਾ ਕਰਨ ਤੱਕ ਹੀ ਸੀ। ਬਾਕੀ ਅੱਧਿਓਂ ਬਹੁਤਾ ਪਿੰਡ ਤਾਂ ਖੁਦ ਮਜ਼੍ਹਬੀ ਚਮਿਆਰਾਂ ਨਾਲ ਇੱਕ ਭਾਂਡੇ ਹੋਇਆ ਪਿਆ ਸੀ। 15-20 ਦਿਨਾਂ ਬਾਅਦ ਗੋਰੇ ਦਾ ਮਾਮਾ ਫਿਰ ਆ ਵੜਿਆ ਤੇ ਆਉਂਦਿਆਂ ਹੀ ਉਸ ਝੋਲਾ ਮੰਜੇ ਦੀ ਪੁਆਂਦ ਉੱਤੇ ਮਗਰੋਂ ਰੱਖਿਆ ਪਸ਼ੂਆਂ ਨੂੰ ਪੱਠੇ ਪਾਉਂਦੇ ਗੋਰੇ ਨੂੰ ਬੜੀ ਤਿੱਖੀ ਆਵਾਜ਼ 'ਚ ਆਖਿਆ, ਚੱਲ ਬਈ ਫਕਰਾ, ਸਵੇਰੇ ਆਪਦਾ ਬੋਰੀਆ ਬਿਸਤਰ ਬੰਨ੍ਹ ਲੈ। ਗੋਰਾ ਉਹਦੇ ਵੱਲ ਦੇਖ ਕੇ ਮੁਸਕਰਾਇਆ। ਉਸਦੇ ਪਠੀਰ ਜਿਹੇ ਚਿਹਰੇ ਉੱਤੇ ਸੋਹਣੀਆਂ ਖਿੱਚ ਭਰਪੂਰ ਅੱਖਾਂ ਬਲੌਰਾਂ ਵਾਂਗ ਮਚਲੀਆਂ। ਇਹਨਾਂ ਦਿਨਾਂ ਵਿੱਚ ਜਣੇ ਖਣੇ ਨੂੰ ਉਹ ਚੰਗਾ ਲੱਗਣ ਲੱਗ ਪਿਆ ਸੀ। ਕੱਦੂ ਝੋਲੇ ਦੀ ਫੋਲਾ ਫਾਲੀ ਕਰਨ ਲੱਗ ਪਿਆ ਸੀ। ਅਜੇ ਉਹਨੂੰ ਬਾਹਰ ਕੱਢ ਕੇ ਮੂੰਹ ਨੂੰ ਸੰਵਾਰਿਆ ਹੀ ਸੀ, ਮਹਿੰਦਰੋਂ ਨੇ ਉਹਦੇ ਹੱਥੋਂ ਝੋਲਾ ਆ ਫੜਿਆ। ਕੱਦੂ ਅੰਬ ਖੋਹੇ ਜਾਣ ਤੇ ਚੂੰ ਚੂੰ ਕਰਨ ਲੱਗ ਪਿਆ। ਦਿੰਨੀ ਐ? ਮਹਿੰਦਰੋਂ ਨੇ ਉਹਨੂੰ ਘੁਰਕੀ ਦਿੱਤੀ। ਐਡੀ ਛੇਤੀ ਜਾਣੀ ਹਲਕ 'ਚ ਡੰਡਾ ਅੜਦਾ? ਜਾ ਵੱਡੇ, ਸਾਰੀ ਦਿਹਾੜੀ ਹਲਕੂ ਹਲਕੂ ਕਰੀ ਜਾਣਗੇ। ਅੰਬ ਨਿਆਣਿਆਂ 'ਚ ਵੰਡ ਕੇ ਮਹਿੰਦਰੋਂ ਨੇ ਭਰਾ ਲਈ ਚੁੱਲ੍ਹੇ ਉੱਤੇ ਚਾਹ ਰੱਖ ਦਿੱਤੀ ਤੇ ਜਵਾਕ ਗਿਰਜਾਂ ਵਾਂਗ ਅੰਬਾਂ ਨੂੰ ਚਿੰਬੜ ਗਏ। ਕੱਦੂ ਨੇ ਤਾਂ ਅੰਬ ਖਾਂਦਿਆਂ ਆਪਣਾ ਮੂੰਹ ਮੱਥਾ ਲਪੇਟ ਲਿਆ ਤੇ ਉਹਦੀਆਂ ਬਰਾਸ਼ਾਂ ਇਉਂ ਹੋਈਆਂ ਪਈਆਂ ਸਨ ਜਿਵੇਂ ਮੂੰਹ ਬਿੱਲੀਆਂ ਨੇ ਚੱਟਿਆ ਹੋਵੇ। ਤੁਰਨਾ ਤਾਂ ਦੂਜੇ ਦਿਨ ਹੀ ਸੀ, ਪਰ ਉਹਦਾ ਮਾਮਾ ਮੱਲੋ ਮੱਲੀ ਇੱਕ ਦਿਨ ਹੋਰ ਚੜ੍ਹ ਗਿਆ। ਤੀਜੇ ਦਿਨ ਜਦੋਂ ਗੋਰਾ ਨਵਾਂ ਝੱਗਾ ਪਜਾਮਾ ਪਾ ਕੇ ਹੱਥ 'ਚ ਝੋਲਾ ਫੜ ਕੇ ਤੁਰਿਆ ਤਾਂ ਮਹਿੰਦਰੋਂ ਦਾ ਜੀ ਕੁੱਸਣ ਲੱਗ ਪਿਆ। ਨਿਖਰਿਆ ਗੋਰਾ ਅੱਜ ਉਹਨੂੰ ਚੰਗਾ ਵੀ ਲੱਗ ਰਿਹਾ ਸੀ। ਗੋਰੇ ਨੇ ਇਸ ਗੱਲ ਦਾ ਉੱਤਰ ਨਹੀਂ ਦਿੱਤਾ। ਉਹ ਮੇਮਣੇ ਵਾਂਗ ਕੁਦਾੜੇ ਮਾਰਦਾ ਮਾਮੇ ਨਾਲ ਚਾਂਵਲਿਆਂ ਤੁਰਿਆ ਜਾਂਦਾ ਸੀ। ਉਹਨੂੰ ਬੀਬੀ ਦੇ ਡੁੱਬਦੇ ਜੀ ਦਾ ਚੇਤਾ ਹੀ ਨਹੀਂ ਸੀ। ਮਹਿੰਦਰੋਂ ਕਿਸੇ ਹਿਰਸ ਨਾਲ ਇਹਨੂੰ ਵੇਂਦੀ ਰਹੀ। ਚੁੰਨੀ ਦੇ ਲੜ ਨਾਲ ਬਿੰਦੇ ਬਿੰਦੇ ਗਿੱਲੀਆਂ ਹੋ ਰਹੀਆਂ ਅੱਖਾਂ ਨੂੰ ਪੂੰਝਣ ਲੱਗ ਪਈ। ਉਦੋਂ ਵੀ ਗੁਆਂਢਣ ਫੌਜਣ ਕਿਸੇ ਕੰਮ ਬਾਹਰ ਨਿਕਲੀ। ਪਹਿਲਾਂ ਉਸ ਜਾਂਦੇ ਗੋਰੇ ਵੱਲ ਦੇਖਿਆ, ਫਿਰ ਢਿੱਲੀ ਜਿਹੀ ਖਲੋਤੀ ਮਹਿੰਦਰੋਂ ਵੱਲ ਧੌਣ ਮੋੜੀ। ਉਸ ਦੇ ਕੋਲ ਆਉਂਦਿਆਂ ਸੁਭਾਵਕ ਹੀ ਪੁੱਛਿਆ, ਮੁੰਡਾ ਪੇਕਿਆਂ ਨੂੰ ਤੁਰਿਆ? ਨਹੀਂ, ਮੇਰਾ ਭਰਾ ਲੈ ਗਿਆ ਬਈ ਲੁਧਿਆਣੇ ਕਿਸੇ ਕੰਮ ਤੇ ਲਾ ਦੂ। ਤੇ ਫੇਰ ਤੂੰ ਕਾਹਤੋਂ ਢਿੱਲੇ ਜਿਹੇ ਬੁੱਲ ਕਰਦੀ ਐ? ਕਮਾਉਣ ਗਿਆ? ਨਹੀਂ ਤੂੰ ਤਾਂ ਸ਼ੁਕਰ ਕਰ, ਕੁਛ ਵੰਡ, ਤੇਰਾ ਗੋਡੇ ਜਿੱਡਾ ਮੁੰਡਾ ਕੰਮ ਤੇ ਗਿਆ। ਆ ਗੁਆਂਢੀਆਂ ਦਾ ਦੇਖ ਲੈ। ਉਹਨੇ ਸਾਹਮਣੇ ਘਰ ਵੱਲ ਹੱਥ ਕਰਿਆ। ਇੰਨਾ ਪੜ੍ਹ ਲਿਖ ਕੇ ਮਾਰ ਸਾਰਾ ਘਰ ਉੱਤੇ ਲਾ ਗਿਆ, ਅਜੇ ਇੱਥੇ ਹੀ ਤੁਰਿਆ ਫਿਰਦਾ। ਛੋਟਾ ਬਿਮਾਰੀ ਦਾ ਭੰਨਿਆ ਜਿਹਾ। ਉਹ ਜੀ ਤੇ ਆਊ ਤਾਂ ਡੱਕਾ ਦੂਰਾ ਕਰੂ, ਨਹੀਂ ਤਾਂ ਨਹੀਂ। 2900 ਉਹਨੂੰ ਵੈਲ ਐਬ ਚਿੰਬੜਿਆ। ਕੁੜੇ ਇਹਨਾਂ ਦੇ ਘਰੇ ਤਾਂ ਕਦੇ ਕਦੇ ਬਲਾਂ ਝੱਜੂ ਪੈਂਦਾ। ਮਹਿੰਦਰੋਂ ਨੇ ਆਸੇ ਪਾਸੇ ਝਾਕਦਿਆਂ ਹੌਲੀ ਜਿਹੀ ਆਖਿਆ, ਝੱਜੂ ਪੈਂਦਾ ਕਿਹਦੇ ਘਰ ਨਹੀਂ? ਤੇਰੇ ਨਹੀਂ ਜਾਂ ਮੇਰੇ ਨਹੀਂ? ਮਹਿੰਦਰੋਂ ਉਹਦੀ ਗੱਲ ਤੇ ਅੰਦਰੋਂ ਔਖੀ ਹੋ ਗਈ, ਪਰ ਉਹਨੇ ਬੇਪਰਵਾਹੀ ਨਾਲ ਫਿਰ ਕਿਹਾ, ਸਾਡੀ ਬੁੜੀ ਨਹੀਂ ਮਾਣ, ਨਾਲੇ ਤਾਂ ਸਾਰੀ ਦਿਹਾੜੀ ਕਾਲੇ ਬਲਦ ਵਾਂਗੂ ਤੇਰੇ ਸਾਹਮਣੇ ਕਮਾਈਦਾ, ਫੇਰ ਵੀ ਨਕੌੜੀ ਤਾਹਾਂ ਹੀ ਰੱਖਦੀ ਐ। ਉਹ ਅਜੇ ਗੱਲ ਕਰ ਹੀ ਰਹੀ ਸੀ, ਮਹਿੰਦਰੋਂ ਛੇਤੀ ਦੇ ਕੇ ਬੋਲ ਪਈ, ਇਸ ਡਰੋਂ ਕਿ ਫੌਜਣ ਫੇਰ ਕੋਈ ਜਵੜੀ ਨਾ ਛੱਡ ਦੇਵੇ। ਨਹੀਂ ਭੈਣੇ, ਮੈਨੂੰ ਤਾਂ ਮਲਾਗਰ ਬੁੜਾ ਵੀ ਸਿਆਣਾ ਨਹੀਂ ਲੱਗਦਾ। ਧੌਲਾ ਝਾਟਾ ਸਿਰ ਤੇ ਐ, ਸ਼ਰਾਬ ਪੀ ਕੇ ਨਿੱਤ ਧੂਤਕੜਾ ਪਾਉਂਦਾ। ਉਹ ਬੇਬੇ ਜੀ ਹੋਈ ਐ ਜਿਹੜੀ ਕੱਟੀ ਜਾਂਦੀ ਐ। ਕੋਈ ਗਈ ਘਰ ਦੀ ਹੁੰਦੀ ਹੁਣ ਉਹਨੂੰ ਕਾਲਸ ਦਾ ਟਿੱਕਾ ਲਾ ਕੇ ਤੁਰ ਜਾਂਦੀ। ਚੱਲ ਨੀ ਛੱਡ ਪਰੇ, ਘਰ ਘਰ ਇਹੋ ਹਾਲ ਐ। ਫੌਜਣ ਨੇ ਰਤਾ ਕੋ ਹਾਸੇ ਨਾਲ ਆਖਿਆ। ਘਰ ਘਰ ਦੀ ਸੁਣ ਲੈ। ਮਹਿੰਦਰੋਂ ਨੇ ਫੇਰ ਆਲਾ ਦੁਆਲਾ ਤਾੜਦਿਆਂ ਅੱਖਾਂ ਡਬੇਰ ਕੇ ਆਖਿਆ। ਛੋਡੂ ਨੰਬਰਦਾਰ ਦੀ ਕੁੜੀ ਤੇ ਮਹੰਤਾਂ ਦੀ ਲੰਬੋਜੀ ਸਾਰੀ ਦਿਹਾੜੀ ਬੀਹੀਆਂ 'ਚ ਵਹਿਲਾਂ ਵਾਂਗੂ ਤੁਰੀਆਂ ਰਹਿੰਦੀਆਂ। ਪੁੱਛਣ ਵਾਲਾ ਹੋਵੇ, ਕੁੱਤੀਓ ਤੁਹਾਨੂੰ ਵੀ ਬਾਹਲੇ ਕੰਮ ਪੈਂਦੇ ਆ? ਆਹ ਪੈਂਦੇ ਆ ਕੰਮ, ਕਮਜਾਤਾਂ ਮੁੰਡੇ ਭਾਲਦੀਆਂ ਫਿਰਦੀਆਂ। ਫੇਰ ਆਖੇਂਗੀ ਬਈ ਕਹਿੰਦੀ ਐ। ਗੁਆਂਢਣ ਨੇ ਹੱਸ ਕੇ ਆਖਿਆ। ਕੁੜੇ ਵਾਖਰੂ। ਮਹਿੰਦਰੋਂ ਨੇ ਵਾਚ ਹੱਥ ਉਲਾਰ ਕੇ ਫਿਰ ਹੌਲੀ ਜਿਹੀ ਹੇਠਾਂ ਕਰਦਿਆਂ ਆਖਿਆ, ਜਿਨ੍ਹਾਂ ਦੀਆਂ ਧੀਆਂ ਸਿਰੋਂ ਉੱਚੀਆਂ ਹੋ ਜਾਣ ਉਹਨਾਂ ਨੂੰ ਤਾਂ ਰਾਤਾਂ ਡਰਾਉਂਦੀਆਂ। ਨੰਬਰਦਾਰ ਤਾਂ ਜਮਾਂ ਹੀ ਅੱਖਾਂ ਮੀਚੀ ਬੈਠਾ। ਉਹ ਬੰਦਾ ਕਿਹਨੇ ਬਣਾਇਆ? ਫੌਜਣ ਨੇ ਚੱਬ ਕੇ ਆਖਿਆ। ਪਾ ਕੇ ਮੋਢੇ 'ਚ ਰਫਲ ਜੀ, ਚੌੜਾ ਹੋ ਕੇ ਬੀਹੀ 'ਚ ਤੁਰੂ। ਐ ਨਹੀਂ ਪਤਾ ਮੁੱਜੂ ਜੱਟ ਨੂੰ ਵੀ ਜੱਟਾ ਤੇਰੀ ਨੰਬਰਦਾਰੀ ਕੀ ਆਂਦੀ ਐ। ਧੀ ਤਾਂ ਤੇਰੀ ਨਿੱਤ ਦਾੜੀ ਮੂਤ ਨਾਲ ਮੁੰਨਦੀ ਐ। ਮਹੰਤਾਂ ਵਾਲੀ ਧੀ ਤਾਂ ਮਾਂ ਵਹਿਲ ਐ। ਛੋਡੂ ਦੀ ਸਿਰੋਂ ਸਰਦਾਰ ਐ। ਪਿਓ ਨੇ ਕਾਰ ਮਖਤਿਆਰ ਬਣਾਈ ਹੋਈ ਐ। ਭਰਜਾਈਆਂ ਕਾਹਨੂੰ ਆਖਣ ਕੁਛ?
ਉਹਨਾਂ ਨੇ ਆਪ ਦੀ ਗੁੱਤ ਪਟਾਉਣੀ ਹੈ। ਬਿੰਦ ਕੋ ਦਮ ਲੈ ਕੇ ਫੌਜਣ ਫੇਰ ਬੋਲਣ ਲੱਗ ਪਈ, ਨਾਲੇ ਨੰਬਰਦਾਰ ਨੇ ਹੁਣ ਤੱਕ ਬਥੇਰੀ ਖੇ ਸਵਾ ਉਡਾਈ ਹੈ। ਚੂੜਿਆਂ ਨੇ ਕੇਰਾਂ ਘਰੇ ਹੀ ਵੱਢ ਦੇਣਾ ਸੀ, ਧੀਆਂ ਪੁੱਤਾਂ ਤੋਂ ਫੇਰ ਭੱਦਰਕਾਰੀ ਹੋਊ। ਨਾਲੇ ਜਿਹੜਾ ਧੀ ਪੁੱਤ ਵਿਆਹ ਹੋ ਜੇ ਉਹਨੂੰ ਤਾਂ ਫੇਰ ਭਾਵੇਂ 7 ਜਿੰਦਿਆਂ ਅੰਦਰ ਰੱਖੋ, ਲੱਗ ਜਾਊ। ਭੈਣੇ ਮੇਰੀ ਅੰਮਾ ਆਂਦੀ ਹੁੰਦੀ ਸੀ। ਮਹਿੰਦਰੋ ਨੇ ਫੇਰ ਕੁਸੈਲਾ ਜਿਹਾ ਮੂੰਹ ਕਰਦਿਆਂ ਆਖਿਆ, ਇਸ ਉਮਰ ਨੂੰ ਤਾਂ ਰੱਬ ਹੀ ਸੁਮਤ ਦੇਵੇ ਜਾਂ ਢਿੱਡੋਂ ਹੀ ਸਿਆਣਪ ਹੋਵੇ। ਸਾਈਕਲ ਦੀ ਘੰਟੀ ਨਾਲ ਉਹਨਾਂ ਦਾ ਧਿਆਨ ਉਖੜ ਗਿਆ। ਫੌਜਣ ਦਾ ਸਾਰਜੈਂਟ ਹੈਂਡਲ ਨਾਲ ਝੋਲਾ ਲਟਕਾਈ ਆ ਖੜੋਤਾ ਸੀ। ਵੇ ਤੂੰ ਆ ਗਿਆ? ਛੁੱਟੀ ਹੋ ਗਈ, ਕੋਈ ਮਰ ਗਿਆ ਦਿੱਲੀ। ਮਹਿੰਦਰੋ ਡੌਰ ਭੌਰ ਹੋਈ ਸਾਰਜੈਂਟ ਦੇ ਪਾਏ ਅੱਧੋ ਰਾਣੇ ਪਰ ਸਾਫ ਸੁਥਰੇ ਕੱਪੜਿਆਂ, ਉਹਦੇ ਚਿਹਰੇ ਤੇ ਨਗ ਵਾਂਗ ਚਮਕਦੀ ਲਾਲ ਪੱਗ ਵੱਲ ਹੈਰਾਨੀ ਨਾਲ ਵੇਂਦੀ ਜਾਂਦੀ ਸੀ। ਕੁੜੇ ਕੈਮੀ 'ਚ ਐ? 8ਵੀਂ 'ਚ ਐਤਕੀ ਤਾਂ ਕੁੜੇ ਕੰਮ ਲੈ ਲਿਆ ਇਹਨੇ, ਸਾਡੇ ਨੇ ਤਾਂ ਚੰਦਰੇ ਨੇ ਕੰਨਾ ਹੀ ਨਹੀਂ ਲਾਇਆ। ਫੌਜਣ ਉਹਦੀ ਗੱਲ ਨੂੰ ਆਈ ਗਈ ਕਰਦਿਆਂ ਗਿੱਬ ਕੇ ਬੋਲੀ, ਹੁਣ ਇਹਨਾਂ ਦਾ ਹੈ। ਫੌਜਣ ਨੇ ਮੱਧਮ ਆਵਾਜ਼ 'ਚ ਖੱਬੀ ਬਾਹੀ ਵਾਲੇ ਤੀਜੇ ਘਰ ਵੱਲ ਵੇਂਦਿਆਂ ਕਿਹਾ, ਫਿਰ ਸਾਧੂ ਦਾ ਮੁੰਡਾ ਜਮਾ ਕੱਖ ਨਹੀਂ ਆਉਂਦਾ। ਸਾਧੂ ਦਾ ਤਾਂ ਬੋਬਨ ਜਿਹਾ ਟਰੈਗਟ ਦੇ ਅਫਰੇਮੇ 'ਚ ਪੜਨੋਂ ਹੀ ਹਟ ਗਿਆ। ਟਰੈਗਟ ਚਲਾਊ ਚਾਕੂ ਜਵਾਕਾਂ ਮੰਨੀ। ਮੈਂ ਕਿਹਾ ਲੈ ਇਹਨਾਂ ਨੇ ਹੁਣ ਟਰੈਗਟ ਲਿਆ, ਜਿਨ੍ਹਾਂ ਕੋਲ 20 ਵਰਿਆਂ ਦੇ ਆ ਉਹਦੀ ਤੀਵੀਂ ਨੂੰ ਤਾਂ ਮਸਾਂ ਸਾਹ ਆਉਂਦਾ। ਫੌਜਣ ਨੇ ਹੱਥ ਤੇ ਹੱਥ ਮਾਰ ਕੇ ਪਟਾਕਾ ਪਾ ਕੇ ਗੂਠਾ ਦਿਖਾਉਂਦਿਆਂ ਸਾਧੂ ਦੇ ਘਰ ਵੱਲ ਬਾਂਹ ਕੀਤੀ। ਫਿਰ ਬੁੱਲ ਅਟੇਰੇ, ਸਾਡੀ ਕੀ ਜੁੱਤੀ ਦੇ ਯਾਦ ਹੈ, ਅਜੇ ਕੱਲ੍ਹ ਦੀ ਗੱਲ ਹੈ। ਸਾਡੀ ਬੁੜੀ ਤੋਂ 2-2 ਰੁਪਈਏ ਮੰਗ ਕੇ ਲਿਜਾਂਦੇ ਹੁੰਦੇ ਸੀ, ਹੁਣ 4 ਮਣ ਦਾਣੇ ਹੋਣ ਲੱਗ ਪਏ ਤਾਂ ਸਰਦਾਰ ਬਣ ਬੈਠੇ। ਨਾਲੇ ਘਰ ਵੇਖ ਇਹਨਾਂ ਦਾ, ਚੂੜਿਆਂ ਨਾਲੋਂ ਵੀ ਭੈੜਾ। ਜੁੱਲਣਾ 'ਚ ਮਣ ਦਲਿੱਦਰ ਹੈ, ਨਹਾਉਣਾ ਨਹੀਂ ਧੋਣਾ ਨਹੀਂ, ਇਹੋ ਜਿਹੀ ਕਮਾਈ ਨੂੰ ਚੱਟਣਾ। ਨਿਆਣਿਆਂ ਨੂੰ ਲੱਸੀ ਨਾਲੋਂ ਭੈੜਾ ਦੁੱਧ ਪਿਆਉਣਗੀਆਂ। ਨਹੀਂ ਛੱਡ ਪਰੇ, ਇਹਨਾਂ ਦੀ ਕੋਈ ਜੂਨ ਹੈ। ਤੇ ਇਉਂ ਮਜ਼ਾਕ ਜਿਹੇ ਨਾਲ ਗੱਲਾਂ ਕਰਦੀ ਫੌਜਣ ਆਪਣਾ ਬਾਰ ਟੱਪ ਗਈ। ਮੁੰਡੇ ਨੂੰ ਰੋਟੀ ਦੇਣੀ ਸੀ, ਕੱਲਾ ਹੋਣ ਕਰਕੇ ਉਹ ਛੇਤੀ ਭਾਂਡੇ ਭੰਨਣ ਲੱਗ ਪੈਂਦਾ ਸੀ। ਇਸ ਤਰ੍ਹਾਂ ਵਿਦਿਆਰਥੀਓ, ਕਾਂਡ 12 ਵਿੱਚ ਆਪਾਂ ਦੇਖਦੇ ਹਾਂ ਕਿ ਪਿੰਡਾਂ ਦੇ ਵਿੱਚ ਵਸਣ ਵਾਲੇ ਆਰਥਿਕ ਤੰਗੀਆਂ ਤੁਰਸ਼ੀਆਂ ਵਿੱਚ ਰਹਿਣ ਵਾਲੇ ਲੋਕ ਆਪਣੇ ਬੱਚਿਆਂ ਨੂੰ ਸ਼ਹਿਰਾਂ ਵਿੱਚ ਭੇਜ ਰਹੇ ਹਨ ਤਾਂ ਕਿ ਉੱਥੇ ਜਾ ਕੇ ਉਹ ਕਿਸੇ ਰੁਜ਼ਗਾਰ ਦੀ ਪ੍ਰਾਪਤੀ ਕਰ ਸਕਣ। ਪਿੰਡਾਂ ਤੋਂ ਸ਼ਹਿਰਾਂ ਵੱਲ ਦਾ ਇਹ ਪਲਾਇਨ 20ਵੀਂ ਸਦੀ ਦੇ 8ਵੇਂ ਅਤੇ 9ਵੇਂ ਦਹਾਕੇ ਵਿੱਚ ਪੂਰੇ ਜ਼ੋਰਾਂ ਸ਼ੋਰਾਂ ਤੇ ਸੀ। ਇਹ ਉਹ ਸਮਾਂ ਸੀ ਜਦੋਂ ਲੋਕਾਂ ਵਿੱਚ ਬੇਰੁਜ਼ਗਾਰੀ ਦੀ ਸਮੱਸਿਆ ਵੱਧ ਰਹੀ ਸੀ ਅਤੇ ਸ਼ਹਿਰੀਕਰਨ ਦਿਨੋਂ ਦਿਨ ਵੱਧ ਰਿਹਾ ਸੀ। ਲੋਕ ਸ਼ਹਿਰਾਂ ਵੱਲ ਆਕਰਸ਼ਿਤ ਹੋ ਰਹੇ ਸੀ। ਉਹਨਾਂ ਨੂੰ ਲੱਗਦਾ ਸੀ ਕਿ ਸ਼ਹਿਰਾਂ ਵਿੱਚ ਜਾ ਕੇ ਉਹ ਚੰਗੇ ਰੁਜ਼ਗਾਰ ਦੀ ਅਤੇ ਚੰਗੇ ਜੀਵਨ ਦੀ ਭਾਲ ਕਰ ਸਕਦੇ ਹਨ। ਜਲਦੀ ਹੀ ਅਗਲੇ ਕਾਂਡ ਦਾ ਪਾਠ ਪੇਸ਼ ਕੀਤਾ ਜਾਵੇਗਾ। ਬਹੁਤ ਬਹੁਤ ਧੰਨਵਾਦ।